ਸੋ ਇਹ ਸੀ ਚਿੱਠੀ ਡਾਕਟਰ ਗੁਰਮਿੰਦਰ ਸਿੱਧੂ ਹੋਣਾ ਨੇ ਜੋ ਇੱਕ ਅਣਜੰਮੀ ਧੀ ਵੱਲੋਂ ਆਪਣੀ ਮਾਂ ਨੂੰ ਲਿਖੀ ਗਈ। ਮੈਨੂੰ ਇਸ ਚਿੱਠੀ ਨੂੰ ਸੁਣਦਿਆਂ ਮੇਰਾ ਆਪਣਾ ਗੱਚ ਭਰ ਆਇਆ ਔਰ ਜਦੋਂ ਤੁਸੀਂ ਇਸ ਚਿੱਠੀ ਨੂੰ ਸੁਣੋਗੇ ਔਰ ਮੈਂ ਵੀ ਇਹੀ ਉਮੀਦ ਰੱਖਾਂਗਾ ਕਿ ਸ਼ਾਇਦ ਤੁਹਾਡੀ ਅੱਖ ਵੀ ਨਮ ਹੋਵੇਗੀ। ਗੁਰਮਿੰਦਰ ਸਿੱਧੂ ਹੋਣਾ ਵੱਲੋਂ ਪਾਇਆ ਸਾਹਿਤਕ ਯੋਗਦਾਨ ਅਨੇਕਾਂ ਪੰਜਾਬ ਦੀਆਂ ਅਣਜੰਮੀਆਂ ਧੀਆਂ ਨੂੰ ਜਿੱਥੇ ਬਚਾ ਚੁੱਕਿਆ, ਉੱਥੇ ਅਨੇਕਾਂ ਹੀ ਪਰਿਵਾਰਾਂ ਦੇ ਵਿੱਚ ਇੱਕ ਨਵੀਂ ਸੋਚ ਜਗਾ ਚੁੱਕਾ ਅਤੇ ਅਸੀਂ ਕਿਉਂ ਪਿੱਛੇ ਹਾਂ। ਆਓ ਆਪਾਂ ਵੀ ਇਸ ਕਾਫਲੇ ਦਾ ਇੱਕ ਮੈਂਬਰ ਬਣੀਏ ਔਰ ਇਸ ਕਾਫਲੇ ਨੂੰ ਵੱਡਾ ਕਰੀਏ। ਡਾਕਟਰ ਗੁਰਮਿੰਦਰ ਕੈਨੇਡਾ ਦੇ ਵਿੱਚ ਵਿਚਰ ਰਹੇ ਨੇ, ਜਿੱਥੇ ਸਾਹਿਤਕ ਗਤੀਵਿਧੀਆਂ ਦੇ ਵਿੱਚ ਇਹ ਆਪਣੇ ਆਪ ਨੂੰ ਪੂਰਨ ਤੌਰ 'ਤੇ ਸਮਰਪਿਤ ਕਰ ਚੁੱਕੇ ਨੇ। ਇਹਨਾਂ ਦੇ ਨਾਲ ਗੱਲਬਾਤ ਹੋਰ ਅੱਗੇ ਵਧਾਉਂਦੇ ਹਾਂ। ਡਾਕਟਰ ਸਾਹਿਬ, ਕਿੰਨੀਆਂ ਕੁ ਕਿਤਾਬਾਂ ਤੁਸੀਂ ਹੁਣ ਤੱਕ ਲਿਖ ਚੁੱਕੇ ਹੋ? ਜੀ, ਮੇਰੀਆਂ ਕਵਿਤਾ ਦੀਆਂ 5 ਕਿਤਾਬਾਂ ਛਪੀਆਂ ਨੇ। ਹੰਝੂ ਭਿੱਜਿਆ ਮੌਸਮ, ਫਿਰ ਤਾਰਿਆਂ ਦੀ ਛਾਵੇਂ, ਮੱਸਿਆ ਤੇ ਗੁਲਾਬੀ ਲੋ, ਬੁੱਕਲ ਵਿਚਲੇ ਸੂਰਜ, ਅਤੇ ਹੁਣੇ ਹੁਣੇ ਆਈ ਹੈ ਇਹ ਕਿਤਾਬ ਜਿਹੜੀ ਤੇ ਹੁਣ ਅਲਵਿਦਾ ਹੁੰਦੇ ਨੇ ਖੱਤ। ਪਰ 5ਵੀਂ ਜਿਹੜੀ 6ਵੀਂ ਕਿਤਾਬ ਹੈ ਜਿਹਦੀ ਆਪਾਂ ਜ਼ਿਕਰ ਕੀਤਾ ਹੁਣੇ, ਨਾ ਮੰਮੀ ਨਾਂ ਦਾ, ਉਹ ਇੰਨੇ ਸਾਰੇ ਆਰਟੀਕਲਸ ਹੋ ਗਏ ਸੀ, ਇੰਨੀਆਂ ਸਾਰੀਆਂ ਚਿੱਠੀਆਂ ਹੋ ਗਈਆਂ ਸੀ ਅਤੇ ਉਹ ਤੋਂ ਬਾਅਦ ਮੈਨੂੰ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਤੁਸੀਂ ਕੁਛ ਹੋਰ ਲਿਖੋ। ਕਿਸੇ ਕਾਲਜ ਵਾਲਿਆਂ ਨੇ ਕਿਹਾ ਕਿ ਅਸੀਂ ਡਰਾਮਾ ਕਰਨਾ, ਸਾਨੂੰ ਇਹਦੇ 'ਤੇ ਡਰਾਮਾ ਲਿਖ ਕੇ ਦਿਓ। ਕਿਸੇ ਨੇ ਕਿਹਾ ਗੀਤ ਲਿਖ ਕੇ ਦਿਓ। ਤਾਂ ਉਹ ਸਾਰਾ ਕੁਛ ਮੈਂ ਲਿਖਿਆ। ਜਾਗੋ ਹੈ, ਉਹਦੇ 'ਤੇ ਗਿੱਧਾ ਹੈ, ਬੋਲੀਆਂ ਨੇ, ਨਾਟਕ ਵੀ ਨੇ, ਹੋਰ ਅਪੇਰਾ ਵਗੈਰਾ ਵੀ ਹੈ, ਕਾਫੀ ਕੁਛ ਹੈ। ਤਾਂ ਉਹ ਸਾਰਾ ਕੁਛ ਫਿਰ ਇਕੱਠਾ ਕਰਕੇ ਇਹ ਕਿਤਾਬ ਜਿਹੜੀ ਹੈ ਨਾ ਮੰਮੀ ਨਾ 2004 ਦੇ ਵਿੱਚ ਆਈ ਸੀਗੀ। ਉਹ ਤੋਂ ਬਾਅਦ ਇਹਦਾ ਦੂਸਰਾ ਐਡੀਸ਼ਨ ਵੀ ਛਪਿਆ ਅਤੇ ਉਹ ਖ਼ਤਮ ਹੋ ਗਿਆ, ਹੁਣ ਤੀਸਰਾ ਛਪਣ ਵਾਲਾ। ਅਤੇ ਉਹ ਖਾਸ ਕਿਤਾਬ ਹੈ ਜਿਹਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੂੰਗੀ। ਅਤੇ ਉਹਦੇ ਉੱਤੇ ਵੀ ਫਿਰ ਮੈਂ ਸੁਖਮੀਨ ਦੀ ਤਸਵੀਰ ਲਗਾ ਕੇ ਤੀਸਰਾ ਐਡੀਸ਼ਨ ਉਹ ਛਪੇਗਾ। 2 ਛਪ ਚੁੱਕੇ ਨੇ, ਪਰ ਸ਼ੁਰੂ ਤੋਂ ਹੀ ਸੁਖਮੀਨ ਦੀ ਤਸਵੀਰ ਵੀ ਔਰ ਜਿਹੜੀਆਂ ਦੂਸਰੀਆਂ ਬੱਚੀਆਂ ਸੀ ਉਹਨਾਂ ਦੀ ਤਸਵੀਰ ਔਰ ਸਾਰੀਆਂ ਚਿੱਠੀਆਂ ਦੇ ਐਡਰੈਸਿਸ ਵਗੈਰਾ ਹਰ ਕਿਸੇ ਦੇ ਉਹ ਸਾਰੀਆਂ ਚਿੱਠੀਆਂ ਵਿੱਚ ਲਗਾਈਆਂ ਇਸ ਕਿਤਾਬ ਦੇ ਵਿੱਚ। ਹਾਂਜੀ। ਡਾਕਟਰ ਸਾਹਿਬ, ਬਹੁਤ ਵੱਡਮੁੱਲਾ ਯੋਗਦਾਨ ਤੁਹਾਡੇ ਵੱਲੋਂ ਪਾਇਆ ਗਿਆ ਔਰ ਤੁਸੀਂ ਹਾਲੇ ਤੱਕ ਵੀ ਪਾ ਰਹੇ ਜੀ। ਕੀ ਸਾਡੇ ਸਮਾਜ ਵੱਲੋਂ ਤੁਹਾਨੂੰ ਇਸ ਪਾਏ ਯੋਗਦਾਨ ਦਾ ਕੋਈ ਮਾਣ ਸਤਿਕਾਰ ਮਿਲਿਆ? ਜੀ, ਮਾਣ ਸਤਿਕਾਰ ਤਾਂ ਬਹੁਤ ਮਿਲਿਆ। ਜਿੱਥੇ ਵੀ ਜਾਂਦੀ ਹੈ ਮੇਰੀ ਪਛਾਣ ਵੀ ਇਹਦੇ ਨਾਲ ਹੀ ਹੋਈ ਹੈ ਅਤੇ ਅਨੇਕਾਂ ਹੀ ਮਾਣ ਸਨਮਾਨ ਮਿਲੇ ਨੇ। ਮਤਲਬ ਜੇ ਮੈਂ ਇੱਕ ਦਾ ਨਾਂ ਲਊਂਗੀ ਤਾਂ ਲੱਗੇਗਾ ਕਿ ਦੂਸਰੇ ਨੂੰ ਸਭ ਤੋਂ ਵੱਡਾ ਸਨਮਾਨ ਇਹ ਵੀ ਸੀ ਕਿ ਮੇਰੇ ਪਿੰਡ ਵੱਲੋਂ ਮੈਨੂੰ ਪਿੰਡ ਦਾ ਮਾਣ ਸਨਮਾਨ ਮਿਲਿਆ, ਫਿਰ ਮਾਲਵੇ ਦਾ ਮਾਣ ਸਨਮਾਨ ਮਿਲਿਆ, ਦੈਨ ਪੰਜਾਬ ਰਤਨ, ਦੇਸ਼ ਸੇਵਾ ਰਤਨ ਅਤੇ ਭਾਰਤ ਜਯੋਤੀ ਅਵਾਰਡ ਅਤੇ ਹੋਰ ਬਹੁਤ ਸਾਰੇ ਉੱਥੇ ਵੀ ਅਵਾਰਡ ਮਿਲੇ ਨੇ। ਅਸੀਂ 2008 ਵਿੱਚ ਕੈਨੇਡਾ ਆਏ ਸੀ, ਇੱਥੇ ਵੀ ਸਾਨੂੰ ਬਹੁਤ ਮਾਣ ਸਨਮਾਨ ਮਿਲੇ। ਅਮਰੀਕਾ ਗਏ ਸੀ, ਉੱਥੇ ਵੀ ਮਿਲਿਆ। ਇੱਥੇ ਆਏ ਹਾਂ, ਕੈਨੇਡਾ ਹੁਣ ਆਏ ਹਾਂ ਇੱਥੇ ਟੋਰਾਂਟੋ ਵਿੱਚ, ਇੱਥੇ ਵੀ ਬਹੁਤ ਸਾਰੀਆਂ ਸਭਾਵਾਂ ਵੱਲੋਂ ਬਹੁਤ ਜ਼ਿਆਦਾ ਮਾਣ ਸਤਿਕਾਰ ਦਿੱਤਾ ਗਿਆ। ਮੈਨੂੰ ਤਾਂ ਲੱਗਦਾ ਵੀ ਕਿਸੇ ਵੱਡੇ ਅਵਾਰਡਾਂ ਨਾਲੋਂ ਜਿਹੜਾ ਆਪਣੇ ਆਪ ਮਾਣ ਸਨਮਾਨ ਮਿਲਦਾ, ਜਿਹੜਾ ਤੁਹਾਨੂੰ ਕੋਈ ਸਪੈਸ਼ਲੀ ਬੁਲਾ ਕੇ ਕਹਿੰਦਾ, ਅਸਲੀ ਮਾਣ ਸਨਮਾਨ ਤਾਂ ਉਹ ਹੁੰਦਾ ਹੈ। ਮੈਂ ਥੋੜ੍ਹਾ ਜਿਹਾ ਕਰਵਟ ਲਾਊਂਗਾ ਡਾਕਟਰ ਖਹਿਰਾ ਸਾਹਿਬ ਵੱਲ। ਡਾਕਟਰ ਸਾਹਿਬ, ਡਾਕਟਰ ਗੁਰਮਿੰਦਰ ਸਿੱਧੂ ਹੋਣਾ ਤੋਂ ਤਾਂ ਅਸੀਂ ਬਹੁਤ ਕੁਛ ਜਾਣਿਆ। ਮੇਰਾ ਸਵਾਲ ਤੁਹਾਨੂੰ ਹੈ ਕਿ ਡਾਕਟਰ ਗੁਰਮਿੰਦਰ ਸਿੱਧੂ ਤੁਹਾਡੀ ਜੀਵਨ ਸਾਥਣ ਹੈ। ਤੁਹਾਡੇ ਪੇਸ਼ੇ ਬਾਰੇ ਤਾਂ ਬਾਅਦ 'ਚ ਗੱਲ ਕਰਦੇ ਆ। ਕਿੱਦਾਂ ਮਹਿਸੂਸ ਕਰਦੇ ਹੋ ਜੀਵਨ ਦੇ ਵਿੱਚ? ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਗੁਰਮਿੰਦਰ ਮੇਰੀ ਜੀਵਨ ਸਾਥਣ ਬਣੀ ਹੈ ਔਰ ਉਹਦੇ ਨਾਲ ਰਹਿ ਕੇ ਮੇਰੀ ਵਿਚਾਰਧਾਰਾ ਔਰ ਮੇਰੀ ਜੋ ਸੋਚ ਸੀਗੀ ਉਹ ਬਹੁਤ ਹੀ ਬਦਲਾਅ ਆਇਆ। ਮੈਂ ਸਾਹਿਤ ਨਾਲ ਇੰਨਾ ਪਿਆਰ ਨਹੀਂ ਕਰਦਾ ਸੀ ਔਰ ਉਹਦੇ ਸਾਥ ਦੇ ਕਾਰਨ ਹੀ ਮੈਂ ਮਿੰਨੀ ਕਹਾਣੀ ਲਿਖਣ ਵੱਲ ਪ੍ਰੇਰਿਤ ਹੋਇਆ ਔਰ ਮੈਂ ਮਿੰਨੀ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਇਸ ਵੇਲੇ ਤੱਕ ਮੈਂ 2 ਮਿੰਨੀ ਕਹਾਣੀਆਂ ਦੇ ਸੰਗ੍ਰਹਿ ਸਾਹਿਤ ਨੂੰ ਸਮਰਪਣ ਕਰ ਚੁੱਕਿਆ। ਪਹਿਲੀ ਪੁਸਤਕ ਸੀ 2 ਨੰਬਰ ਦਾ ਬੂਟ ਜੀ, ਅਤੇ ਦੂਸਰਾ ਥੋਰਾਂ ਦੇ ਸਰਨਾਵੇਂ ਜੀ। ਸੋ ਮੈਂ ਵੀ ਸਮਾਜ ਦੀਆਂ ਬੁਰਾਈਆਂ, ਦੋਗਲਾਪਨ, ਜ਼ੁਲਮ, ਭਰੂਣ ਹੱਤਿਆ, ਇਹਨਾਂ ਵਿਸ਼ਿਆਂ 'ਤੇ ਖਾਸ ਕਰਕੇ ਮਿੰਨੀ ਕਹਾਣੀਆਂ ਲਿਖੀਆਂ ਨੇ ਜੀ ਔਰ ਯਥਾ ਸ਼ਕਤੀ ਮੈਂ ਉਹਨਾਂ ਦੇ ਨਾਲ ਚੱਲਦੇ ਹੋਏ ਉਹਨਾਂ ਦੇ ਕੰਮ 'ਚ ਸਹਿਯੋਗ ਦੇਣ ਦੀ ਕੋਸ਼ਿਸ਼ ਕਰਦਾ। ਡਾਕਟਰ ਸਾਹਿਬ, ਤੁਹਾਡੀ ਕਵਿਤਾ
ਕਵਿਤਾ ਹੁਣ ਤੱਕ ਆਪਾਂ ਉਹ ਕੰਮ ਕੀਤਾ ਜੋ ਤੁਸੀਂ ਬੱਚੀਆਂ ਦੇ ਲਈ, ਸਮਾਜ ਦੇ ਲਈ ਕੰਮ ਕੀਤਾ, ਕੁਝ ਆਪਣੇ ਲਈ ਵੀ ਲਿਖਿਆ ਹੋਏਗਾ। ਉਸ ਲਿਖਤ ਦੇ ਵਿੱਚੋਂ ਆਪਣੇ ਲਈ ਇੱਕ ਪੰਜਾਬਣ ਦੇ ਤੌਰ 'ਤੇ? ਆਪਣੇ ਲਈ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਲਿਖਿਆ। ਮੈਂ ਲੋਕਾਂ ਲਈ ਲਿਖਿਆ ਹੋਊਗਾ, ਮੈਨੂੰ ਕੋਈ ਇਸ ਤਰ੍ਹਾਂ ਦੀ। ਲੋਕਾਂ ਦੇ ਲਈ ਜੋ ਲਿਖਿਆ, ਉਸ ਲਿਖਤ ਦੇ ਵਿੱਚੋਂ ਇੱਕ ਲਿਖਤ ਮੈਨੂੰ ਕਿਤੋਂ ਪਤਾ ਲੱਗਾ ਸੀਗਾ ਕਿ ਤੁਹਾਡਾ ਇੱਕ ਕਵਿਤਾ ਗੁੱਤ ਜੀ ਬਹੁਤ ਪਿਆਰੀ ਕਵਿਤਾ, ਔਰ ਲੋਕ ਉਸ ਨੂੰ ਸੁਣ ਕੇ ਬੜਾ ਮਾਣ ਦੇ ਰਹੇ ਨੇ। ਸੋ ਅਸੀਂ ਕਹਾਂਗੇ ਕਿ ਤੁਸੀਂ PVTV ਦੇ ਦਰਸ਼ਕਾਂ ਦੇ ਨਾਲ ਵੀ ਉਹ ਗੁੱਤ ਸਾਂਝੀ ਕਰੋ। ਵੈਸੇ ਤਾਂ ਡਾਕਟਰ ਖਹਿਰਾ ਹੁਣਾਂ ਨੇ ਇਹ ਗੱਲ ਕਹੀ ਸੀ ਕਿ ਗੁੱਤ ਤਾਂ ਅੱਜ ਸਮਾਜ 'ਚੋਂ ਹੀ ਗੁੰਮ ਹੋ ਗਈ ਹੈ। ਸੋ ਤੁਸੀਂ ਉਹ ਗੁੱਤ ਬੜੀ ਮਾਣ ਨਾਲ ਲਿਖੀ ਹੈ। ਸੋ ਚਲੋ ਅਸੀਂ ਇਸ ਗੁੱਤ ਨਾਲ ਹੀ ਸਮਾਜ ਦੇ ਵਿੱਚ ਕੋਈ ਨਵਾਂ ਰੂਪ ਦੇ ਸਕੀਏ। ਸੋ ਆਓ ਡਾਕਟਰ ਗੁਰਮਿੰਦਰ ਸਿੱਧੂ ਦੀ ਲਿਖੀ ਹੋਈ ਕਵਿਤਾ ਗੁੱਤ ਤੁਹਾਡੇ ਰੂਬਰੂ ਕਰਦੇ ਹਾਂ। ਗੁੱਤ ਇੱਕ ਸਿੰਬਲ ਬਣ ਕੇ ਰਹਿ ਗਿਆ। ਗੁੱਤ ਇੱਕ ਸਿੰਬਲ ਬਣ ਕੇ ਰਹਿ ਗਿਆ ਜੀ, ਬਿਲਕੁਲ ਬਿਲਕੁਲ। ਤੇ ਇੱਥੇ ਗੁੱਤ ਜਿਹੜਾ ਹੈਗਾ ਔਰਤ ਦਾ ਸਿੰਬਲ ਹੈ ਜੀ। ਤੇ ਇਹਦੇ ਵਿੱਚ ਇੱਕ ਗਜ਼ਲ ਹੈ ਜਿਹਦੇ ਵਿੱਚ ਔਰਤ ਦਾ ਇਤਿਹਾਸ ਵੀ ਹੈ, ਵਰਤਮਾਨ ਵੀ ਹੈ ਤੇ ਉਹਦਾ ਭਵਿੱਖ ਵੀ ਹੈ। ਗਜ਼ਲ ਹੈ ਕਿ ਕਦੇ ਬਿਜਲੀ, ਕਦੇ ਤਿਤਲੀ, ਕਦੇ ਕਚਨਾਰ ਮੇਰੀ ਗੁੱਤ, ਅਜੇ ਕਈ ਰੰਗ ਦਿਖਾਏਗੀ ਤੈਨੂੰ ਸਰਕਾਰ ਮੇਰੀ ਗੁੱਤ। ਕਦੇ ਬਿਜਲੀ, ਕਦੇ ਤਿਤਲੀ, ਕਦੇ ਕਚਨਾਰ ਮੇਰੀ ਗੁੱਤ, ਅਜੇ ਕਈ ਰੰਗ ਦਿਖਾਏਗੀ ਤੈਨੂੰ ਸਰਕਾਰ ਮੇਰੀ ਗੁੱਤ। ਹੁਣੇ ਕਣੀਆਂ 'ਚ ਨਹਾਤੀ ਹੈ, ਹੁਣੇ ਕਿਰਨਾਂ 'ਚ ਗੁੰਦੀ ਹੈ, ਹੁਣੇ ਕਣੀਆਂ 'ਚ ਨਹਾਤੀ ਹੈ, ਹੁਣੇ ਕਿਰਨਾਂ 'ਚ ਗੁੰਦੀ ਹੈ। ਲੈ ਫੜ ਲੈ ਜਿਗਰ ਕਰਦੀ ਆਈ, ਮਾਰੋ ਮਾਰ ਮੇਰੀ ਗੁੱਤ। ਤੂੰ ਉੱਠ ਕੇ ਕਿੱਧਰ ਨੂੰ ਜਾਣਾ ਹੈ, ਕਿੱਥੋਂ ਤੱਕ ਜਾ ਸਕੇਗਾ ਤੂੰ? ਤੂੰ ਉੱਠ ਕੇ ਕਿੱਧਰ ਨੂੰ ਜਾਣਾ ਹੈ, ਕਿੱਥੋਂ ਤੱਕ ਜਾ ਸਕੇਗਾ ਤੂੰ? ਵਲੇਟੇ ਪਾ ਕੇ ਖਿੱਚ ਲਏਗੀ ਤੈਨੂੰ ਦਿਲਦਾਰ ਮੇਰੀ ਗੁੱਤ। ਜਿਹੜੇ ਕਹਿੰਦੇ ਨੇ ਰਹਿੰਦੀ ਅਕਲ ਹੈ ਬਸ ਗੁੱਤ ਦੇ ਹੇਠਾਂ, ਉਹਨਾਂ ਨੂੰ ਅਕਲ ਵੰਡੇਗੀ ਸਰੇ ਬਾਜ਼ਾਰ ਮੇਰੀ ਗੁੱਤ। ਜਿਹੜੇ ਕਹਿੰਦੇ ਨੇ ਰਹਿੰਦੀ ਅਕਲ ਹੈ ਬਸ ਗੁੱਤ ਦੇ ਹੇਠਾਂ, ਉਹਨਾਂ ਨੂੰ ਅਕਲ ਵੰਡੇਗੀ ਸਰੇ ਬਾਜ਼ਾਰ ਮੇਰੀ ਗੁੱਤ। ਕਦੀ ਇਹ ਲੋਗੜੀ ਦਾ ਫੁੱਲ, ਕਦੀ ਇਹ ਜਰਗ ਦਾ ਮੇਲਾ, ਕਦੀ ਇਹ ਲੋਗੜੀ ਦਾ ਫੁੱਲ, ਕਦੀ ਇਹ ਜਰਗ ਦਾ ਮੇਲਾ। ਰਾਣੀ ਗਿੱਧਿਆਂ ਦੀ ਗੀਤਾਂ ਦਾ ਸ਼ਿੰਗਾਰ ਮੇਰੀ ਗੁੱਤ। ਕਦੀ ਇਹ ਰਾਤ ਦੀ ਰਾਣੀ, ਕਦੀ ਇਹ ਸੁਬਹ ਦਾ ਸੂਰਜ, ਕਦੀ ਇਹ ਦਾਜ ਦੀ ਸਾੜੀ, ਕਦੀ ਗਮਖਾਰ ਮੇਰੀ ਗੁੱਤ। ਜਦੋਂ ਹਿੱਕ ਉੱਤੇ ਲਿਟਦੀ ਹੈ ਲੜਾਵੇ ਸੱਪ ਦਿਲਾਂ ਤੇ, ਜਦੋਂ ਹਿੱਕ ਉੱਤੇ ਲਿਟਦੀ ਹੈ ਲੜਾਵੇ ਸੱਪ ਦਿਲਾਂ ਤੇ। ਸੁਹਾਗਣ ਬਣ ਕੇ ਹੈ ਜ਼ਿੰਦਗੀ ਦੀ ਪਹਿਰੇਦਾਰ ਮੇਰੀ ਗੁੱਤ। ਜਦੋਂ ਮਹਿਬੂਬ ਨੂੰ ਲੱਭਦੀ ਥਲਾਂ ਦੇ ਵਿੱਚ ਤੜਪਦੀ ਹੈ, ਕਲੇਜਾ ਧੁੱਪ ਦਾ ਕਰਦੀ ਹੈ ਤਾਰ ਤਾਰ ਮੇਰੀ ਗੁੱਤ। ਚਾਂਦੀ ਦੇ ਕਲਿੱਪ ਲਾ ਕੇ ਨੱਚੇ ਅਮਨਾਂ ਦੇ ਵਿਹੜੇ ਵਿੱਚ, ਚਾਂਦੀ ਦੇ ਕਲਿੱਪ ਲਾ ਕੇ ਨੱਚੇ ਅਮਨਾਂ ਦੇ ਵਿਹੜੇ ਵਿੱਚ। ਜੰਗ ਵਿੱਚ ਨੱਚਦੀ ਹੈ ਬਣ ਕੇ ਇੱਕ ਤਲਵਾਰ ਮੇਰੀ ਗੁੱਤ। ਬੇਦਾਵਾ ਲਿਖ ਕੇ ਆਏ ਤਾਂ ਇਹਨੇ ਸ਼ਮਸ਼ੀਰ ਹੋ ਜਾਣਾ ਹੈ, ਬੇਦਾਵਾ ਲਿਖ ਕੇ ਆਏ ਤਾਂ ਇਹਨੇ ਸ਼ਮਸ਼ੀਰ ਹੋ ਜਾਣਾ। ਤੁਹਾਡੀ ਹਿੱਕ 'ਚ ਹੋਏਗੀ ਆਰ ਪਾਰ ਮੇਰੀ ਗੁੱਤ। ਇਹ ਖੁਦ ਹੀ ਕਦਮ ਪੁੱਟੇਗੀ, ਇਹ ਖੁਦ ਹੀ ਪਾਏਗੀ ਮੰਜ਼ਿਲ, ਇਹ ਖੁਦ ਹੀ ਕਦਮ ਪੁੱਟੇਗੀ, ਇਹ ਖੁਦ ਹੀ ਪਾਏਗੀ ਮੰਜ਼ਿਲ। ਤੁਹਾਡਾ ਕਰ ਨਹੀਂ ਸਕਦੀ ਹੁਣ ਇੰਤਜ਼ਾਰ ਮੇਰੀ ਗੁੱਤ, ਕਿਸੇ ਦਾ ਕਰ ਨਹੀਂ ਸਕਦੀ ਹੁਣ ਇੰਤਜ਼ਾਰ ਮੇਰੀ ਗੁੱਤ। ਬਹੁਤ ਖੂਬ ਡਾਕਟਰ ਸਾਹਿਬ, ਬਹੁਤ ਹੀ ਕਮਾਲ ਦੀ ਇਹ ਤੁਹਾਡੀ ਨਜ਼ਮ ਹੈ ਗੁੱਤ। ਸੋ ਉਮੀਦ ਕਰਦੇ ਹਾਂ ਦਰਸ਼ਕ ਵੀ ਇਸ ਨੂੰ ਪਸੰਦ ਕਰਨਗੇ। ਇਹ ਡੋਲੀਆਂ ਲੈਂਦੀਆਂ ਨੂੰਹਾਂ ਦਾ ਗੀਤ ਹੈ। ਜਿਸ ਤਰ੍ਹਾਂ ਡੋਲੀ ਚੜ੍ਹਦੀ ਧੀ ਦੇ ਬਹੁਤ ਸਾਰੇ ਗੀਤ ਹੁੰਦੇ ਨੇ, ਅਤੇ ਉਹਨਾਂ ਬੱਚੀਆਂ ਦਾ ਗੀਤ ਹੈ ਜਿਨ੍ਹਾਂ ਤੋਂ ਇਹ ਸੋਚਿਆ ਜਾਂਦਾ ਕਿ ਜਦੋਂ ਸਹੁਰੇ ਘਰ 'ਚ ਆ ਜਾਂਦੀਆਂ ਅਤੇ ਆਪਣੇ ਪੇਕਿਆਂ ਨੂੰ ਬਿਲਕੁਲ ਭੁੱਲ ਜਾਣ, ਸਾਡੇ ਬਾਰੇ ਹੀ ਸੋਚਣ। ਹਿੰਦੁਸਤਾਨ ਵਿੱਚੋਂ ਜਿਹੜੀਆਂ ਆਉਂਦੀਆਂ ਹੋਣੀਆਂ ਇੱਥੇ, ਉਹਨਾਂ ਬਾਰੇ ਵੀ ਇਹੀ ਹੋਣਾ ਕਿ ਆਪਣੇ ਦੇਸ਼ ਨੂੰ ਭੁੱਲ ਜਾਣ। ਉਹਨਾਂ ਕੁੜੀਆਂ ਦੀ ਫਰਿਆਦ ਹੈ ਕਿ ਬਾਬਲ ਦਾ ਘਰ, ਬਾਬਲ ਦਾ ਦੇਸ਼ ਹੌਲੀ ਹੌਲੀ ਭੁੱਲੇਗਾ। ਤਾਂ ਉਹ ਕੁੜੀਆਂ ਕਹਿੰਦੀਆਂ ਨੇ ਕਿ ਕਣਕ ਛੋਲਿਆਂ ਦਾ ਖੇਤ ਜੀ ਨਿਸਰੇਗਾ ਹੌਲੀ ਹੌਲੀ, ਬਾਬਲ ਧਰਮੀ ਦਾ ਦੇਸ਼ ਜੀ ਵਿਸਰੇਗਾ ਹੌਲੀ ਹੌਲੀ। ਕਣਕ ਛੋਲਿਆਂ ਦਾ ਖੇਤ ਜੀ ਨਿਸਰੇਗਾ ਹੌਲੀ ਹੌਲੀ, ਬਾਬਲ ਧਰਮੀ ਦਾ ਦੇਸ਼ ਜੀ ਵਿਸਰੇਗਾ ਹੌਲੀ ਹੌਲੀ। ਅਸੀਂ ਮੋਹ ਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਆਈਆਂ, ਅਸੀਂ ਅਮੜੀ ਦੇ ਕਾਲਜੇ ਦਾ ਰੁੱਗ ਵੱਢ ਲਿਆਈਆਂ। ਅਸੀਂ ਮੋਹ ਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਆਈਆਂ, ਅਸੀਂ ਅਮੜੀ ਦੇ ਕਾਲਜੇ ਦਾ ਰੁੱਗ ਵੱਢ ਲਿਆਈਆਂ। ਵਗੇ ਹੰਝੂਆਂ ਦਾ ਚੇਤਾ ਜੀ ਬਿਖਰੇਗਾ ਹੌਲੀ ਹੌਲੀ, ਬਾਬਲ ਧਰਮੀ ਦਾ ਦੇਸ਼ ਜੀ ਵਿਸਰੇਗਾ ਹੌਲੀ ਹੌਲੀ। ਲੈ ਮੁਹੱਬਤਾਂ ਦਾ ਸਾਲੂ
ਹਾਂ ਤੁਹਾਡੇ ਵਿਹੜੇ ਆਈਆਂ। ਲੈ ਮੁਹੱਬਤਾਂ ਦਾ ਸਾਲੂ, ਹਾਂ ਤੁਹਾਡੇ ਵਿਹੜੇ ਆਈਆਂ। ਬਿੰਦੀ ਸਿਦਕਾਂ ਦੀ ਟੂਮਾਂ ਨੇ ਹੁਨਰ ਦੀਆਂ ਪਾਈਆਂ। ਸਾਡਾ ਤੇਜ ਸਾਡਾ ਰੂਪ ਜੀ ਨਿਖਰੇਗਾ ਹੌਲੀ ਹੌਲੀ। ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲੀ ਹੌਲੀ। ਸਾਨੂੰ ਨਦੀਆਂ ਨੂੰ ਦਾਜ ਦੇ ਨਾ ਭਾਂਬੜੀ ਮਚਾਇਓ। ਅਸੀਂ ਛੱਡੇ ਨੇ ਪਹਾੜ ਸਾਡੇ ਕੰਢੇ ਬਣ ਜਾਇਓ। ਸਾਨੂੰ ਨਦੀਆਂ ਨੂੰ ਦਾਜ ਦੇ ਨਾ ਭਾਂਬੜੀ ਮਚਾਇਓ। ਅਸੀਂ ਛੱਡੇ ਨੇ ਪਹਾੜ ਸਾਡੇ ਕੰਢੇ ਬਣ ਜਾਇਓ। ਸਾਂਝਾਂ ਸਿਖਰਾਂ ਦਾ ਪੁਲ ਜੀ ਉਸਰੇਗਾ ਹੌਲੀ ਹੌਲੀ। ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲੀ ਹੌਲੀ। ਢੱਕ ਕੇ ਗਾਗਰਾਂ ਟਿਕਾਈਆਂ ਅਸੀਂ ਫੇਰ ਵੀ ਤਿਹਾਈਆਂ। ਥੋਡੀ ਧਰਤੀ 'ਚ ਤਾਰਿਆਂ ਦੇ ਬੂਟੇ ਲਾਉਣ ਆਈਆਂ। ਢੱਕ ਕੇ ਗਾਗਰਾਂ ਟਿਕਾਈਆਂ ਅਸੀਂ ਫੇਰ ਵੀ ਤਿਹਾਈਆਂ। ਥੋਡੀ ਧਰਤੀ 'ਚ ਤਾਰਿਆਂ ਦੇ ਬੂਟੇ ਲਾਉਣ ਆਈਆਂ। ਨੀਲੀ ਝੀਲ ਉੱਤੇ ਚੰਦ ਜੀ ਨਿਤਰੇਗਾ ਹੌਲੀ ਹੌਲੀ। ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲੀ ਹੌਲੀ। ਕਣਕ ਛੋਲਿਆਂ ਦਾ ਖੇਤ ਜੀ ਨਿਸਰੇਗਾ ਹੌਲੀ ਹੌਲੀ। ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲੀ। ਸੋ ਮੈਂ ਤੁਹਾਡੇ ਤੋਂ ਹੁਣ ਡਾਕਟਰ ਖਹਿਰਾ ਵੱਲ ਸਮਾਂ ਲੈਣਾ। ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਤੁਸੀਂ ਖੁਦ ਮਿੰਨੀ ਕਹਾਣੀ ਵੱਲ ਆਏ ਹੋ। ਮਿੰਨੀ ਕਹਾਣੀ ਦਾ ਅੱਜ ਦੇ ਸਾਹਿਤ ਦੇ ਵਿੱਚ ਸਮਾਜ ਨੂੰ ਜਗਾਉਣ ਲਈ ਕਿਹੋ ਜਿਹਾ ਰੋਲ ਹੈ, ਕਿਵੇਂ ਕਹੋਗੇ? ਮਿੰਨੀ ਕਹਾਣੀ ਇਸ ਵੇਲੇ ਸਾਹਿਤਕਾਰਾਂ ਵਿੱਚ ਤਾਂ ਬਹੁਤ ਪ੍ਰਚਲਿਤ ਨਹੀਂ ਹੈ, ਖਾਸ ਕਰਕੇ ਜਿਹੜੇ ਵੱਡੇ ਕਹਾਣੀਕਾਰ ਹੈ ਜੀ ਉਹ ਇਹਨੂੰ ਪਸੰਦ ਵੀ ਨਹੀਂ ਕਰਦੇ। ਲੇਕਿਨ ਆਮ ਲੋਕਾਂ 'ਚ ਇਹ ਕਾਫੀ ਪ੍ਰਚਲਿਤ ਹੋ ਚੁੱਕੀ ਹੈ ਜੀ। ਔਰ ਅਖਬਾਰਾਂ ਵਿੱਚ, ਮੈਗਜ਼ੀਨ ਵਿੱਚ ਜਿੱਥੇ ਵੀ ਮਿੰਨੀ ਕਹਾਣੀ ਛਪੀ ਹੋਵੇ, ਸਭ ਤੋਂ ਪਹਿਲਾਂ ਲੋਕ ਮਿੰਨੀ ਕਹਾਣੀ ਨੂੰ ਪੜ੍ਹਨਾ ਪਸੰਦ ਕਰਦੇ ਨੇ। ਮੈਂ ਇੱਥੇ ਇਹ ਵੀ ਗੱਲ ਕਹੂੰਗਾ ਕਿਉਂਕਿ ਲੋਕਾਂ ਕੋਲ ਪਹਿਲੀ ਗੱਲ ਇੰਨਾ ਸਮਾਂ ਹੀ ਨਹੀਂ ਰਹਿ ਗਿਆ ਕਿ ਅਖਬਾਰ ਦਾ ਪੂਰਾ ਪੇਜ ਪੜ੍ਹ ਲਿਆ ਜਾਵੇ। ਸੋ ਉਹ ਜ਼ਿਆਦਾਤਰ ਤਾਂ ਲੋਕ ਅੱਜ ਫੋਟੋਆਂ ਦੇਖਣ ਨੂੰ ਤਰਜੀਹ ਦਿੰਦੇ ਨੇਗੇ। ਔਰ ਜੇ ਕਿਤੇ ਕਿਸੇ ਵਿੱਚ ਥੋੜ੍ਹਾ ਜਿਹਾ ਪੜ੍ਹਨ ਦਾ ਸ਼ੌਕ ਵੀ ਹੈ ਤਾਂ ਫਿਰ ਉਹ ਛੋਟੀ ਛੋਟੀ ਚੀਜ਼ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਅਤੇ ਮੇਰਾ ਖਿਆਲ ਹੈ ਕਿ ਮਿੰਨੀ ਕਹਾਣੀ ਸ਼ਾਇਦ ਉਹਨਾਂ ਪਾਠਕਾਂ ਦੇ ਲਈ ਇੱਕ ਬਹੁਤ ਵਧੀਆ ਪੜ੍ਹਨ ਦਾ ਤਰੀਕਾ ਵੀ ਹੋ, ਅਤੇ ਜੇ ਬਦਲਾਵ ਆ ਜਾਵੇ ਉਹਦੇ ਨਾਲ ਤਾਂ ਸ਼ਾਇਦ ਬਹੁਤ ਖੂਬ ਇੱਕ ਸਾਹਿਤਕ ਦੇਣ ਹੋ ਸਕਦੀ ਹੈ। ਤੁਸੀਂ ਇਸ ਨੂੰ ਕਿਵੇਂ? ਮੈਂ ਕਹੂੰਗਾ ਕਿ ਮਿੰਨੀ ਕਹਾਣੀ ਅੱਜ ਦੀ ਲੋੜ ਹੈ। ਜਿਵੇਂ ਤੁਸੀਂ ਹੁਣੇ ਅਰਜ਼ ਕੀਤਾ ਕਿ ਸਮਾਂ ਬਹੁਤ ਥੋੜ੍ਹਾ ਹੈ ਜੀ, ਔਰ ਸਮਾਂ ਥੋੜ੍ਹਾ ਹੋਣ ਕਰਕੇ ਉਹ ਬਹੁਤ ਲੰਮੀ ਰਚਨਾ ਨੂੰ ਪੜ੍ਹ ਨਹੀਂ ਸਕਦੇ, ਮਾਣ ਨਹੀਂ ਸਕਦੇ। ਔਰ ਮਿੰਨੀ ਕਹਾਣੀ ਇੱਕ ਐਸੀ ਚੀਜ਼ ਹੈ ਜੋ ਕਿ ਇੱਕ ਬੜੀ ਤੇਜ਼ੀ ਨਾਲ ਚੱਲਣ ਵਾਲੀ ਇੱਕ ਕਹਾਣੀ ਹੈ ਔਰ ਇੱਕ ਮੈਸੇਜ ਲੈ ਕੇ ਆਉਂਦੀ ਹੈ। ਔਰ ਅੰਤ ਵਿੱਚ ਉਹ ਮੈਸੇਜ ਬੜੇ ਵਿਅੰਗਮਈ ਜਾਂ ਤਿੱਖੇ ਢੰਗ ਨਾਲ ਉਹ ਪਾਠਕ ਦੇ ਰੂਬਰੂ ਹੁੰਦੀ ਹੈ। ਕੋਈ ਕਹਾਣੀ ਤੁਹਾਡੀ ਲਿਖੀ ਛੋਟੀ ਸਾਡੇ ਦਰਸ਼ਕਾਂ ਦੇ ਰੂਬਰੂ? ਪਹਿਲੀ ਮਿੰਨੀ ਕਹਾਣੀ ਬਾਪੂ ਛੱਟ ਤਾਂ ਨਹੀਂ ਵੱਜੀ। ਵਾਹ। ਬੱਚੇ ਦਾ ਜਨਮ ਨੇੜੇ ਆਉਣ 'ਤੇ ਕਰਤਾਰੇ ਨੇ ਆਪਣੀ ਘਰਵਾਲੀ ਨੂੰ ਪੇਕੇ ਪਿੰਡ ਛੱਡ ਕੇ ਮੁੜਨ ਵੇਲੇ ਕਿਹਾ, ਭਜਨ ਕੁਰੇ ਜੇ ਐਤਕੀ ਵੀ ਕੁੜੀ ਹੋਈ ਤਾਂ ਮੈਂ ਤੁਹਾਨੂੰ ਲੈਣ ਨਹੀਂ ਆਉਣਾ, ਇੱਥੇ ਹੀ ਰਹੋ। ਟੱਬਰ ਦੀਆਂ ਅਰਦਾਸਾਂ ਨੂੰ ਫਲ ਨਾ ਪਿਆ ਅਤੇ ਉਹੀ ਹੋਇਆ ਜਿਸ ਦਾ ਡਰ ਸੀ। ਕਰਤਾਰੇ ਦੀ ਉਡੀਕ ਵਿੱਚ 3 ਸਾਲ ਲੰਘ ਗਏ। ਨੱਚਦੀ ਟੱਪਦੀ ਸੁਖੀ ਕਈ ਵਾਰ ਬਾਪੂ ਬਾਰੇ ਪੁੱਛ ਲੈਂਦੀ, ਫਿਰ ਮਾਂ ਜਾਂ ਨਾਨੀ ਦਾ ਉਦਾਸ ਚਿਹਰਾ ਦੇਖ ਕੇ ਚੁੱਪ ਕਰ ਜਾਂਦੀ। ਉੱਧਰ ਰਿਸ਼ਤੇਦਾਰਾਂ ਅਤੇ ਹੋਰ ਸਿਆਣਿਆਂ ਨੇ ਮਿਲ ਕੇ ਕਰਤਾਰੇ ਨੂੰ ਆਪਣੀ ਘਰਵਾਲੀ ਅਤੇ ਧੀ ਨੂੰ ਲਿਆਉਣ ਵਾਸਤੇ ਭੇਜ ਹੀ ਦਿੱਤਾ। ਬੱਸੋਂ ਉਤਰ ਕੇ ਕਸਬੇ ਤੋਂ ਪਿੰਡ ਕੋਈ 3 ਮੀਲ ਦੀ ਵਾਟ ਸੀ। ਅੱਡੇ ਉੱਤੇ ਬਹਿ ਕੇ ਤਿੰਨਾਂ ਨੇ ਚਾਹ ਪਾਣੀ ਪੀਤਾ। ਕਰਤਾਰੇ ਨੇ ਇੱਕ ਕਹੀ ਖਰੀਦ ਲਈ। ਪੁਰਾਣੀ ਟੁੱਟ ਗਈ ਸੀ, ਇੱਥੋਂ ਵਧੀਆ ਮਿਲ ਜਾਂਦੀ ਹੈ, ਕਹਿੰਦਾ ਕਰਤਾਰਾ ਮਾਵਾਂ ਧੀਆਂ ਨੂੰ ਲੈ ਕੇ ਪਿੰਡ ਦੇ ਰਾਹ ਪੈ ਗਿਆ। ਅੱਧੀ ਕੁ ਵਾਟ ਮੁਕਾ ਕੇ ਤਿੰਨੇ ਜੀ ਟਾਹਲੀ ਥੱਲੇ ਬੈਠ ਗਏ। ਕਰਤਾਰਾ ਕਹੀ ਲੈ ਕੇ ਥੋੜ੍ਹੀ ਦੂਰ ਜਾ ਕੇ ਟੋਆ ਪੁੱਟਣ ਲੱਗਾ। ਉਹਨੇ ਮਨ ਵਿੱਚ ਧਾਰਿਆ ਹੋਇਆ ਸੀ ਕਿ ਕੁੜੀ ਨੂੰ ਪਿੰਡ ਨਹੀਂ ਲੈ ਕੇ ਜਾਣਾ, ਇੱਥੇ ਹੀ ਸੁੰਨੇ ਥਾਂ 'ਤੇ ਗਲ ਘੁੱਟ ਕੇ ਦਬ ਜਾਣਾ। ਇਹਨਾਂ ਵਿਚਾਰਾਂ ਵਿੱਚ ਬੇਧਿਆਨੇ ਹੀ ਕਹੀ ਇੱਕ ਦੱਬੇ ਹੋਏ ਪੱਥਰ ਨਾਲ ਟਕਰਾ ਕੇ ਉਹਦੀ ਲੱਤ ਉੱਤੇ ਵੱਜ ਗਈ। ਦਰਦ ਨਾਲ ਬੇਹਾਲ ਹੋ ਕੇ ਕਰਤਾਰਾ ਉੱਥੇ ਹੀ ਬੈਠ ਗਿਆ। ਅਚਾਨਕ ਕੰਨ ਕੋਲ ਇੱਕ ਮਿੱਠੀ ਤੋਤਲੀ ਜਿਹੀ ਆਵਾਜ਼ ਸੁਣ ਕੇ ਉਹ ਚੌਂਕ ਉੱਠਿਆ।
ਬਾਪੂ ਸੱਟ ਤਾਂ ਨਹੀਂ ਵੱਜੀ? ਬਹੁਤ ਪੀਲ ਹੁੰਦੀ ਹੈ। ਲਿਆ ਫੂਕ ਮਾਰ ਦਿਆਂ, ਹੁਣੇ ਠੀਕ ਹੋ ਜੂ। ਕਰਤਾਰੇ ਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂ ਵਗ ਤੁਰੇ ਤੇ ਉਹਨੇ ਸੁੱਖੀ ਨੂੰ ਗਲ ਨਾਲ ਲਾ ਲਿਆ। ਸੋ ਇਹ ਹੈ ਦੋਸਤੋ ਦਰਦ ਉਸ ਧੀ ਦਾ ਜਿਸ ਨੂੰ ਨਿਮਾਣੀ ਦਾ ਦਰਜਾ ਦਿੱਤਾ ਜਾਂਦਾ ਹੈ। ਭਾਵੇਂ ਉਹ ਧੀ ਜੱਗ ਦੇ ਵਿੱਚ ਪਤਨੀ ਤੋਂ ਬਾਅਦ ਇੱਕ ਮਾਂ ਅਤੇ ਫਿਰ ਸੱਸ ਵੀ ਬਣਦੀ ਹੈ। ਬਚਪਨ ਦੇ ਵਿੱਚ ਉਸ ਧੀ ਦੀ ਚੀਖ ਸੁਣਦੀ ਹੈ ਮਾਂ ਨੂੰ ਜਾਂ ਬਾਪ ਨੂੰ ਕਿ ਸਾਡੇ ਘਰ ਇਹ ਇੱਕ ਵੱਡਾ ਸੰਕਟ ਨਾ ਬਣ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ। ਕਿਉਂ ਇਸ ਧੀ ਨੂੰ ਇਸ ਨਜ਼ਰ ਨਾਲ ਦੇਖਿਆ ਜਾਂਦਾ? ਸ਼ਾਇਦ ਇਸ ਦੇ ਭਾਗੀ ਅਸੀਂ ਸਾਰੇ ਹੀ ਹਾਂ, ਔਰ ਜੇ ਚਾਹੀਏ ਤਾਂ ਅਸੀਂ ਹੀ ਇਸ ਬਦਲਾਵ ਨੂੰ ਨਵਾਂ ਰੂਪ ਦੇ ਸਕਦੇ ਹਾਂ। ਮਿਨੀ ਕਹਾਣੀ ਹੈ ਥੋਰਾਂ ਦੇ ਸਿਰਨਾਵੇਂ। ਦੇਖੋ ਬਾਪੂ ਜੀ, ਮੈਨੂੰ ਆਏ ਨੂੰ ਮਹੀਨਾ ਹੋ ਗਿਆ। ਸਾਰੇ ਅੰਗਾਂ ਸਾਕਾਂ ਨੂੰ ਪੁੱਛ ਲਿਆ, ਕੋਈ ਵੀ ਤੁਹਾਨੂੰ ਦੋਹਾਂ ਨੂੰ ਰੱਖਣ ਲਈ ਤਿਆਰ ਨਹੀਂ। ਮੈਂ ਤੁਹਾਨੂੰ ਇਸ ਬਿਰਧ ਅਵਸਥਾ ਵਿੱਚ ਇਕੱਲੇ ਇਸ ਕੋਠੀ ਵਿੱਚ ਬਿਲਕੁਲ ਨਹੀਂ ਛੱਡ ਸਕਦਾ। ਤੁਸੀਂ ਆਪਣਾ ਲੁੱਕ ਆਫਟਰ ਕਰ ਹੀ ਨਹੀਂ ਸਕਦੇ। ਮਾਤਾ ਪਿਤਾ ਨੂੰ ਖਾਮੋਸ਼ ਦੇਖ ਕੇ ਉਹ ਫਿਰ ਬੋਲਿਆ, ਨਾਲੇ ਅਗਲੇ ਹਫ਼ਤੇ ਇਸ ਕੋਠੀ ਦਾ ਕਬਜ਼ਾ ਵੀ ਦੇਣਾ। ਮੈਂ ਸਾਰਾ ਬੰਦੋਬਸਤ ਕਰ ਲਿਆ। ਓਲਡ ਏਜ ਹੋਮ ਵਾਲੇ 1.5 ਲੱਖ ਲੈਂਦੇ ਨੇ, ਬਾਕੀ ਸਾਰੀ ਉਮਰ ਦੀ ਦੇਖਭਾਲ ਉਹਨਾਂ ਦੇ ਜ਼ਿੰਮੇ। ਪਰਮਿੰਦਰ, ਅਸੀਂ ਆਪਣਾ ਘਰ ਛੱਡ ਕੇ ਕਿਤੇ ਨਹੀਂ ਜਾਣਾ। ਤੇਰੀ ਮਾਂ ਤਾਂ ਜਮਾ ਹੀ ਨਹੀਂ ਮੰਨਦੀ। ਤੂੰ ਜਾ ਅਮਰੀਕਾ, ਸਾਨੂੰ ਸਾਡੇ ਹਾਲ 'ਤੇ ਛੱਡ ਦੇ, ਸਾਡਾ ਵਾਹਿਗੁਰੂ ਹੈ। ਮਾਂ, ਬਾਪੂ ਜੀ, ਤੁਸੀਂ ਬੱਚਿਆਂ ਵਾਂਗੂ ਜਿੱਦ ਕਿਉਂ ਫੜੀ ਬੈਠੇ ਹੋ? ਕੋਠੀ ਤਾਂ ਵਿਕ ਚੁੱਕੀ ਹੈ, ਆਪਣੇ ਮਨ ਨੂੰ ਸਮਝਾਓ। ਕਹਿੰਦਾ ਪਰਮਿੰਦਰ ਆਪਣੇ ਕਮਰੇ ਵਿੱਚ ਚਲਿਆ ਗਿਆ। ਉਸੇ ਰਾਤ ਬਾਪੂ ਜੀ ਅਕਾਲ ਚਲਾਣਾ ਕਰ ਗਏ। 3 ਦਿਨ ਬਾਅਦ ਬਾਪੂ ਜੀ ਦੇ ਫੁੱਲ ਕੀਰਤਪੁਰ ਸਾਹਿਬ ਪ੍ਰਵਾਹ ਕਰਕੇ ਮੁੜੇ ਤਾਂ ਰਿਸ਼ਤੇਦਾਰਾਂ ਨੇ ਪਰਮਿੰਦਰ ਨੂੰ ਦੱਸਿਆ, ਮਾਂ ਜੀ ਕਿਸੇ ਨੂੰ ਪਛਾਣਦੇ ਹੀ ਨਹੀਂ, ਬਸ ਵਿਹੜੇ ਵਿੱਚ ਬੈਠੇ ਕੋਠੀ ਵੱਲ ਹੀ ਦੇਖੀ ਜਾਂਦੇ ਹਨ। ਸ਼ਾਇਦ ਉਹ ਪਾਗਲਪਨ ਦੀ ਅਵਸਥਾ ਵਿੱਚ ਨੇ। ਤਾਂ ਫਿਰ ਮਾਂ ਨੂੰ ਪਾਗਲਖਾਨੇ ਭਰਤੀ ਕਰਾ ਦਿੰਦੇ ਹਾਂ। ਤੁਹਾਨੂੰ ਨਹੀਂ ਪਤਾ ਇੱਕ ਦਿਨ ਦਾ ਮੇਰਾ ਕਿੰਨਾ ਨੁਕਸਾਨ ਹੋ ਰਿਹਾ। ਪਿੱਛੇ ਆਪਣੇ ਪਰਿਵਾਰ ਦੀ ਕਿੱਡੀ ਵੱਡੀ ਜ਼ਿੰਮੇਵਾਰੀ ਹੈ ਮੇਰੇ ਸਿਰ 'ਤੇ। ਇਹ ਉਹਨਾਂ ਦੇ ਸਹਿਕ ਕੇ ਲਏ ਪੁੱਤ ਪਰਮਿੰਦਰ ਦੀ ਆਵਾਜ਼ ਸੀ। ਸੋ ਆਓ ਵਿਚਾਰੀਏ, ਆਪਣੇ ਆਪ ਦੀ ਪੜਚੋਲ ਕਰੀਏ ਕਿ ਸਮਾਜ ਸਾਡੀ ਸੋਚ ਵਰਗਾ ਹੋਵੇ। ਜੋ ਸੋਚ ਅਸੀਂ ਆਪਣੇ ਪਰਿਵਾਰ ਨੂੰ ਸਜਾਉਣ ਦੀ ਰੱਖਦੇ ਹਾਂ, ਜੇ ਇਹੀ ਸਾਡੀ ਸੋਚ ਹੈ ਤਾਂ ਇਹ ਸੋਚ ਪੂਰੇ ਸਮਾਜ ਲਈ ਹੋ ਜਾਣੀ ਚਾਹੀਦੀ ਹੈ। ਇੱਕ ਫੈਸਲਾ ਕਰੀਏ। ਸਾਡੀ ਕੋਸ਼ਿਸ਼ ਤੁਹਾਡੇ ਰੂਬਰੂ ਇਹੋ ਜਿਹੇ ਪ੍ਰੋਗਰਾਮ ਦੇ ਕੇ ਤੁਹਾਡੇ ਅੰਦਰ ਇੱਕ ਚੇਤਨਾ ਜਗਾਉਣਾ ਹੈ। ਜੇ ਇਹ ਪ੍ਰਤੀਕਰਮ ਤੁਹਾਡੇ ਮਨ ਲੱਗਦਾ ਹੈ ਤਾਂ ਇਹ ਸਾਡਾ ਸੁਭਾਗ ਹੋਏਗਾ। ਮੈਨੂੰ ਅੱਜ ਇਹ ਜੋੜੀ ਨੂੰ ਤੁਹਾਡੇ ਰੂਬਰੂ ਕਰਦਿਆਂ ਜਿੰਨੀ ਖੁਸ਼ੀ ਹੋ ਰਹੀ ਹੈ, ਉਸ ਦਾ ਆਨੰਦ ਮੈਂ ਹੀ ਲੈ ਰਿਹਾ। ਔਰ ਡਾਕਟਰ ਸਾਹਿਬ, ਅੰਤ ਦੇ ਵਿੱਚ ਸਮਾਜ ਦੇ ਲਈ ਕੀ ਕਹਿਣਾ ਚਾਹੋਗੇ? ਜੀ, ਮੈਂ ਥੋੜ੍ਹੀ ਜਿਹੀ ਗੱਲ ਵੱਡੀ ਕਰਨਾ ਚਾਹੂੰਗੀ। ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਅਸੀਂ ਬੱਚਿਆਂ ਨੂੰ ਮਾਰਦੇ ਹਾਂ, ਪਰ ਅਸੀਂ ਬੱਚਿਆਂ ਨੂੰ ਕਿਉਂ ਮਾਰਦੇ ਹਾਂ? ਸਾਨੂੰ ਉਹ ਜਿਹੜੇ ਕਾਰਨ ਹੈਗੇ ਆ ਉਹਨਾਂ ਨੂੰ ਦੂਰ ਕਰਨਾ ਚਾਹੀਦਾ। ਇੱਕ ਗੱਲ ਆਪਾਂ ਕਰ ਸਕਦੇ ਹਾਂ ਕਿ ਬੱਚਿਆਂ ਨੂੰ ਨਾ ਮਾਰੋ, ਜਿਹੜੀ ਅਸੀਂ ਕਰ ਰਹੇ ਹਾਂ, ਪਰ ਮੇਰੀ ਤੁਹਾਡੇ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਕੀ ਕਾਰਨ ਨੇ। ਹਿੰਦੁਸਤਾਨ ਵਿੱਚ ਕਾਰਨ ਵੱਖਰੇ ਹੋਣਗੇ। ਇੱਥੇ ਤਾਂ ਮੈਨੂੰ ਹੈਰਾਨੀ ਹੋਈ ਕਿ ਹੈ ਉਹ ਹਿੰਦੁਸਤਾਨ 'ਚ ਬੜਾ ਦਾਜ ਲੈਣਾ, ਜਿਹੜਾ ਕੁੜੀ ਦਾ ਵਿਆਹ ਕਰਨਾ, ਫਿਰ ਜਿਹਨੂੰ ਕਹਿੰਦੇ ਆ ਸਾਰੀ ਉਮਰ ਜਿਹੜੇ ਧੀ ਦੇ ਮਾਪੇ ਆ ਉਹ ਉਹਦੇ ਸਹੁਰਿਆਂ ਅੱਗੇ ਝੁਕੇ ਰਹਿਣਗੇ। ਜਿਵੇਂ ਇੱਕ ਬੋਲੀ ਵੀ ਹੈ ਕਿ ਮਹਿਲਾਂ ਦਾ ਰਾਜਾ ਕਦੇ ਨਾ ਨਿਵਿਆ, ਧੀਆਂ ਨੇ ਆਣ ਨਵਾਇਆ। ਧੀ ਦੇ ਦੁੱਖ ਵੀ ਬਹੁਤ ਨੇ। ਲੋਕ ਇਸ ਕਰਕੇ ਹੀ ਮਾਰਦੇ ਨੇ। ਜੇ ਸੱਸਾਂ ਵੀ ਸੋਚਦੀਆਂ ਨੇ ਕਿ ਮੈਂ ਆਪਣੀ ਪੋਤੀ ਨੂੰ ਮਰਵਾਵਾਂ, ਜਾਂ ਮਾਂ ਵੀ ਕਿਸੇ ਤਰ੍ਹਾਂ ਮਜਬੂਰ ਹੁੰਦੀ ਹੈ, ਸ਼ਾਇਦ ਉਹ ਉਸ ਦਰਦ ਵਿੱਚੋਂ ਨਹੀਂ ਚਾਹੁੰਦੀ ਮੇਰੀ ਬੱਚੀ ਲੰਘੇ ਜਿਹਦੇ ਵਿੱਚੋਂ ਖੁਦ ਲੰਘੀ ਹੈ। ਬੱਚਿਆਂ ਨੂੰ ਤਾਂ ਪਹਿਲਾਂ ਜਨਮ ਤੋਂ ਅੱਗੇ ਵੀ ਮਾਰਦੇ ਸੀ, ਜਨਮ ਤੋਂ ਬਾਅਦ ਮਾਰਦੇ ਸੀ, ਹੁਣ ਜਨਮ ਤੋਂ ਪਹਿਲਾਂ ਮਾਰਨ ਲੱਗ ਗਏ ਨੇ, ਹੁਣ ਫਿਰ ਜਨਮ ਤੋਂ ਬਾਅਦ ਵੀ ਮਾਰਨ ਲੱਗ ਗਏ ਨੇ। ਅਸੀਂ ਉੱਥੇ ਵੀ ਸੁਣਦੇ ਹਾਂ ਕਿਤੇ ਕੋਈ ਬੱਚੀ ਕੂੜੇ ਦੇ ਢੇਰ 'ਤੇ ਸੁੱਟੀ ਹੋਈ ਹੈ, ਕਦੇ ਡਸਟਬਿਨ 'ਚ, ਕਦੇ ਕਿਤੇ ਨਾ ਕਿਤੇ ਬੱਚੀਆਂ ਸੁੱਟੀਆਂ ਹੋਈਆਂ ਨੇ। ਅਤੇ ਫਿਰ ਥੋੜ੍ਹੀ ਵੱਡੀ ਹੁੰਦੀ ਹੈ ਤਾਂ
ਉਹਨਾਂ ਦੇ ਬਲਾਤਕਾਰ ਹੁੰਦੇ ਨੇ, ਰੇਪ ਹੁੰਦੇ ਨੇ। ਜੇ ਉੱਥੋਂ ਕੁੜੀ ਬਚਦੀ ਹੈ ਅਤੇ ਫਿਰ ਦਾਜ ਲਈ ਉਹਦੇ 'ਤੇ ਜਿਹੜੇ ਤਸੀਹੇ ਹੁੰਦੇ ਨੇ ਉਹ ਹੁੰਦੇ ਨੇ, ਉੱਥੋਂ ਵੀ ਬਚਦੀ ਹੈ। ਸਹੁਰੇ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਉਹਦੇ ਨਾਲ ਵਰਤਾਓ ਹੁੰਦਾ। ਬੜੀਆਂ ਕਿਸਮਤ ਵਾਲੀਆਂ ਹੋਣਗੀਆਂ ਜਿਨ੍ਹਾਂ ਨੂੰ ਬੜੇ ਚੰਗੇ ਘਰ ਮਿਲਦੇ ਨੇ, ਹੈਗੀਆਂ ਵੀ ਨੇ, ਬਟ ਜਿਹੜੀ ਬਹੁਤ ਵੱਡੀ ਗਿਣਤੀ ਹੈ ਉਹਨਾਂ ਨੂੰ, ਕੁੜੀਆਂ ਨੂੰ ਇਨਸਾਨ ਹੀ ਨਹੀਂ ਸਮਝਿਆ ਜਾਂਦਾ। ਅਤੇ ਅਖੀਰ ਤੱਕ ਜਦੋਂ ਤੱਕ ਉਹ ਮਰਦੀ ਨਹੀਂ ਉਹਨਾਂ ਚਿਰ ਵੀ ਵੈਸੇ ਤਾਂ ਉਹਦੇ ਮਾਂ ਪਿਓ ਨੂੰ, ਚਾਹੇ ਉਹਦੇ ਵਾਲ ਚਿੱਟੇ ਵੀ ਹੋ ਜਾਣ, ਉਹਦੇ ਸਹੁਰਿਆਂ ਅੱਗੇ ਝੁਕਣਾ ਹੀ ਪੈਂਦਾ ਹਰ ਰਸਮ 'ਤੇ। ਅਤੇ ਇਹੋ ਜਿਹੀਆਂ ਗੱਲਾਂ ਕਰਕੇ ਲੋਕ ਮਰਵਾਉਂਦੇ ਨੇ ਕੁੜੀਆਂ ਨੂੰ। ਮੈਨੂੰ ਨਹੀਂ ਲੱਗਦਾ ਕਿ ਇੱਥੇ ਸਟੇਟਸ ਸਿੰਬਲ ਹੀ ਬਣ ਗਿਆ ਹੋਵੇ। ਹੋਰ ਬਹੁਤ ਸਾਰੀ ਜਾਗਰੂਕਤਾ ਲਿਆਉਣ ਦੀ ਲੋੜ ਹੈ ਕਿ ਕਹਿੰਦੇ ਨੇ ਮੁੰਡਾ ਜਿਹੜਾ ਹੈ ਉਹ ਸਾਡਾ ਅੰਤਿਮ ਸੰਸਕਾਰ ਕਰੂਗਾ, ਸਾਡੇ ਸਰਾਧ ਕਰੂਗਾ, ਸਾਡੀ ਗਤੀ ਕਰੂਗਾ, ਸਾਡਾ ਨਾਮ ਰੌਸ਼ਨ ਕਰੂਗਾ। ਸੋ ਸਾਨੂੰ ਸਾਰੀ ਜਿਹੜੀ ਸੋਚ ਹੈਗੀ ਹੈ, ਇਹ ਸਾਰੀ ਸਮੁੱਚੀ ਸੋਚ ਨੂੰ ਬਦਲਣਾ ਪਊਗਾ, ਤਾਂ ਹੀ ਅਸੀਂ ਜਿਹੜਾ ਹੈਗਾ ਕੁੜੀਆਂ ਨੂੰ ਬਚਾ ਸਕਾਂਗੇ। ਸਗੋਂ ਮੈਂ ਤਾਂ ਕਹੂੰਗੀ ਗੁਰੂ ਸਾਹਿਬ ਨੇ ਇੱਕ ਲਾਈਨ ਕਹੀ ਸੀਗੀ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜੇ ਅਸੀਂ ਇਸ ਸਤਰ ਨੂੰ ਐਕਸੈਪਟ ਕਰ ਲਈਏ, ਜੇ ਅਸੀਂ ਇਹਨੂੰ ਮੰਨ ਲਈਏ ਸੱਚੀ ਮੁੱਚੀ, ਸਾਰੀਆਂ ਹੀ ਸਮੱਸਿਆਵਾਂ ਦੂਰ ਹੋ ਜਾਣਗੀਆਂ ਜਦੋਂ ਅਸੀਂ ਬੱਚੀਆਂ ਦੀ ਇਸ ਤਰ੍ਹਾਂ ਇੱਜ਼ਤ ਕਰਨ ਲੱਗਾਂਗੇ। ਆਪਣੇ ਘਰ ਵਿੱਚ ਇਹ ਸਾਨੂੰ ਆਪਣੇ ਘਰ ਤੋਂ ਹੀ ਸ਼ੁਰੂ ਕਰਨਾ ਪਊਗਾ। ਜਿਸ ਵੇਲੇ ਸਾਡੇ ਘਰ 'ਚ ਬੱਚੀ ਹੁੰਦੀ ਹੈ, ਬੱਚੀ ਅਤੇ ਬੱਚੇ 'ਚ, ਬੇਟੇ ਬੇਟੀ, ਭੈਣ ਭਰਾ 'ਚ ਕੋਈ ਫਰਕ ਨਾ ਰੱਖੋ। ਦੋਵੇਂ ਰੱਬ ਦੀਆਂ ਬਖਸ਼ਿਸ਼ਾਂ ਨੇ ਅਤੇ ਉਹਨਾਂ ਨੂੰ ਓਨਾ ਹੀ ਪਿਆਰ ਕਰੋ। ਬੱਚੀ ਨੂੰ ਵੀ ਵਧਣ ਦਾ ਮੌਕਾ ਦਿਓ, ਬੇਟੇ ਨੂੰ ਵੀ ਦਿਓ, ਅਤੇ ਇਹ ਸਮੱਸਿਆਵਾਂ ਆਪਣੇ ਆਪ ਦੂਰ ਹੋ ਜਾਣਗੀਆਂ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਅੱਗੇ ਆਉਣ ਦੀ ਲੋੜ ਹੈ। ਇਹਦੇ ਨਾਲ ਨਾਲ ਇਹ ਜਿਹੜੇ ਵਿਚਾਰ ਨੇ, ਜਿਹੜੀ ਗੱਲਬਾਤ ਹੈ, ਇਹ ਸਿਰਫ ਮੀਡੀਆ ਤੱਕ ਨਾ ਰਹੇ। ਮੈਂ ਚਾਹੂੰਗੀ ਤੁਹਾਡੇ ਘਰਾਂ ਤੱਕ ਜਾਏ, ਆਪਸ ਵਿੱਚ ਬੈਠੇ ਜਦੋਂ ਅਸੀਂ ਹੋਰ ਸੌਦੇ ਦੀ ਗੱਲ ਕਰਦੇ ਹਾਂ, ਇੱਧਰ ਉੱਧਰ ਦੀ ਗੱਲ ਕਰਦੇ ਹਾਂ, ਇਹ ਵੀ ਵਿਸ਼ਾ ਬਣੇ ਕਿ ਇਹ ਕੀ ਹੋ ਰਿਹਾ। ਅਸੀਂ ਸਿਰਫ ਇਹ ਨਾ ਸੋਚੀਏ ਕਿ ਇੱਕ ਬੱਚੀ ਨੂੰ ਮਾਰ ਰਹੇ ਹਾਂ, ਅਸੀਂ ਇੱਕ ਕੁੱਖ ਨੂੰ ਮਾਰ ਰਹੇ ਹਾਂ, ਅਸੀਂ ਨੂੰਹ ਨੂੰ ਵੀ ਮਾਰ ਰਹੇ ਹਾਂ, ਅਸੀਂ ਮਾਂ ਨੂੰ ਵੀ ਮਾਰ ਰਹੇ ਹਾਂ। ਅਤੇ ਸਾਨੂੰ ਇਹ ਆਪਣੇ ਘਰ ਤੋਂ ਥੋੜ੍ਹਾ ਜਿਹਾ ਬਾਹਰ ਆ ਕੇ ਸੋਚਣਾ ਪਊਗਾ। ਜਿਹੜੇ ਲੋਕ ਜਿਸ ਤਰ੍ਹਾਂ ਤੁਸੀਂ ਪੇਸ਼ ਕਰ ਰਹੇ ਹੋ, ਕੋਈ ਨਾਟਕ ਕਰ ਰਹੇ ਨੇ, ਕੋਈ ਗੀਤ ਗਾ ਰਹੇ ਨੇ, ਹਰ ਤਰ੍ਹਾਂ ਸਾਨੂੰ ਆਪਣੇ ਮਨਾਂ ਨੂੰ ਬਦਲਣ ਦੀ ਜ਼ਰੂਰਤ ਹੈ ਅਤੇ ਬਹੁਤ ਵੱਡੀ ਜ਼ਰੂਰਤ ਹੈ ਜਿਹਦੇ 'ਤੇ ਸਾਨੂੰ ਚੱਲਣਾ ਚਾਹੀਦਾ। ਡਾਕਟਰ ਸਾਹਿਬ, ਬੜੇ ਕੀਮਤੀ ਵਿਚਾਰ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਕੀਤੇ ਨੇ। ਡਾਕਟਰ ਖਹਿਰਾ ਸਾਹਿਬ, ਅੰਤ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਕੀ ਕਹਿਣਾ ਚਾਹੋਗੇ? ਬਿਨਾਂ ਦੁਹਰਾਓ ਕੀਤੇ ਗੁਰਵਿੰਦਰ ਦੀ ਗੱਲ ਦੀ ਮੈਂ ਪ੍ਰੋੜਤਾ ਕਰਦਾ ਕਿ ਇਹਨਾਂ ਨੇ ਜੋ ਕੁਛ ਕਿਹਾ ਉਹ ਬਿਲਕੁਲ ਸਹੀ ਕਿਹਾ। ਸਮੇਂ ਦੀ ਲੋੜ ਹੈ। ਆਪਾਂ ਸਾਰਿਆਂ ਨੂੰ ਆਪਣੀ ਵਿਚਾਰਧਾਰਾ, ਆਪਣੀ ਸੋਚ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਮੈਂ ਇਹੀ ਕਹੂੰਗਾ ਕਿ ਇਹ ਵਿਸ਼ਾ ਜੋ ਹੈ ਇਹ ਇੱਕ ਚਰਚਾ ਦਾ ਵਿਸ਼ਾ ਬਣੇ। ਅਸੀਂ ਜੋ ਵੀ ਕੰਮ ਕਰੀਏ ਉਹ ਚਰਚਾ ਕਰੀਏ ਔਰ ਬੇਟਾ ਜਾਂ ਬੇਟੀ ਦੋਹਾਂ ਨੂੰ ਇੱਕੋ ਜਿਹਾ ਪਿਆਰ ਦੇਈਏ, ਇੱਕੋ ਜਿਹੀ ਖੁਰਾਕ ਦੇਈਏ, ਇੱਕੋ ਜਿਹੇ ਮੌਕੇ ਦੇਈਏ ਔਰ ਉਹਨਾਂ ਨੂੰ ਵਿਚਰਨ ਦੀ ਪੂਰੀ ਆਜ਼ਾਦੀ ਦੇਈਏ। ਇਹ ਸਾਡੇ ਸਮਾਜ ਵਾਸਤੇ ਇੱਕ ਬਹੁਤ ਭਲੇ ਦਾ ਕੰਮ ਹੋਏਗਾ ਔਰ ਇਹਦੇ ਵਿੱਚ ਸਮਾਜ ਦੇ ਹਰ ਸਦੱਸ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ। ਦੂਸਰੀ ਗੱਲ ਜਿਹੜੀ ਮੈਂ ਆਮ ਕਿਹਾ ਕਰਦਾ ਕਿ ਜੋ ਪ੍ਰਦੂਸ਼ਣ ਜੋ ਚੱਲ ਰਿਹਾ ਹੈ, ਪ੍ਰਦੂਸ਼ਣ ਬਾਰੇ ਮੈਂ 1 ਮਿੰਟ ਤੁਹਾਡਾ ਸਮਾਂ ਲੈਣਾ ਚਾਹੂੰਗਾ। ਪ੍ਰਦੂਸ਼ਣ ਜੋ ਹਰ ਤਰ੍ਹਾਂ ਦਾ ਪ੍ਰਦੂਸ਼ਣ ਹੈ, ਭਾਵੇਂ ਉਹ ਧੂਏ ਦਾ ਪ੍ਰਦੂਸ਼ਣ ਹੈ, ਭਾਵੇਂ ਉਹ ਪਾਣੀ ਦਾ ਪ੍ਰਦੂਸ਼ਣ ਹੈ, ਭਾਵੇਂ ਹਵਾ ਦਾ ਪ੍ਰਦੂਸ਼ਣ ਹੈ, ਇਹ ਸਾਰੇ ਜਿੰਨੇ ਵੀ ਪ੍ਰਦੂਸ਼ਣ ਹੈ ਇਹਨਾਂ ਬਾਰੇ ਵੀ ਜਾਗਰੂਕ ਹੋਣ ਦੀ ਲੋੜ ਹੈ ਔਰ ਇਹ ਆਪਣੇ ਘਰ ਤੋਂ ਸ਼ੁਰੂ ਹੋਣਾ ਚਾਹੀਦਾ। ਆਪਾਂ ਨੂੰ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿ ਸਰਕਾਰਾਂ ਕੀ ਕਰਨਗੀਆਂ। ਆਪਣੇ ਘਰ ਨੂੰ ਸਾਫ਼ ਰੱਖੀਏ, ਘੱਟ ਤੋਂ ਘੱਟ ਐਨਰਜੀ ਦਾ ਇਸਤੇਮਾਲ ਕਰੀਏ ਔਰ ਜੋ ਕੁਦਰਤ ਸਾਨੂੰ ਇੰਨੀ ਵਧੀਆ ਰੱਬ ਨੇ ਦਿੱਤੀ ਹੋਈ ਹੈ ਉਸ ਕੁਦਰਤ ਨੂੰ ਜੋ ਕੁਛ ਸੁਧਾਰ ਕਰੀਏ। ਜੇ ਕੁਛ ਸੁਧਾਰ ਨਹੀਂ ਕਰ ਸਕਦੇ ਤਾਂ ਜਿਸ ਹਾਲਤ ਵਿੱਚ ਇਸ ਕੁਦਰਤ ਸਾਨੂੰ ਮਿਲੀ ਹੈ ਉਸ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਦੇ ਕੇ ਜਾਈਏ, ਇਸ ਨੂੰ ਹੋਰ ਦੂਸ਼ਿਤ ਨਾ ਕਰੀਏ। ਸੋ ਦਰਸ਼ਕੋ, ਅੱਜ ਦੇ ਇਸ ਰੂਬਰੂ ਪ੍ਰੋਗਰਾਮ ਦੇ ਵਿੱਚ ਅਸੀਂ ਡਾਕਟਰ ਬਲਦੇਵ ਸਿੰਘ ਖਹਿਰਾ, ਡਾਕਟਰ ਗੁਰਮਿੰਦਰ ਸਿੱਧੂ ਹੋਣਾ ਦੀ ਜੋੜੀ ਨੂੰ ਤੁਹਾਡੇ ਰੂਬਰੂ ਕਰਕੇ ਬਹੁਤ ਖੁਸ਼ੀ ਲੈ ਰਹੇ ਹਾਂ ਔਰ ਉਮੀਦ ਹੈ ਤੁਸੀਂ ਅੱਜ ਦੇ PVTV ਦੇ ਇਸ ਐਪੀਸੋਡ ਨੂੰ ਪਸੰਦ ਕਰੋਗੇ। ਔਰ ਅੰਤ ਦੇ ਵਿੱਚ ਡਾਕਟਰ ਖਹਿਰਾ ਜੀ, ਡਾਕਟਰ ਸਿੱਧੂ ਜੀ, ਤੁਹਾਡਾ PVTV ਦੇ ਨਾਲ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਸਾਡੇ ਵੱਲੋਂ ਬਹੁਤ ਬਹੁਤ